Hello, dear students. Good morning. ਬੱਚਿਓ ਅੱਜ ਆਪਣਾ ਪੜਾਂਗੇ ਮੰਚ ਮੈਕ ਜੋ ਕਿ ਤੁਹਾਡੀ ਇਕਾਂਗੀ ਹੈ। ਫੁੱਲਾਂ ਨੂੰ ਕਿਤਾਬਾਂ ਵਿੱਚ ਨਾ ਰੱਖੋ। ਠੀਕ ਹੈ, ਲੈਸਨ 5th ਜੋ ਕਿ ਪਾਲੀ ਭੁਪਿੰਦਰ ਸਿੰਘ ਦੀ ਲਿਖੀ ਹੋਈ ਹੈ। ਆਪਾਂ ਇਸ ਸਟੋਰੀ ਨੂੰ, ਇਸ ਇਕਾਂਗੀ ਨੂੰ ਅੱਜ ਚੰਗੀ ਤਰ੍ਹਾਂ ਰੀਡ ਕਰਨਾ, ਇਹਦੀ ਸਟੋਰੀ ਨੂੰ ਸਮਝਣਾ ਅਤੇ ਫਿਰ ਆਪਾਂ ਇਹਦੇ ਕੁਐਸਚਨ ਆਨਸਰ ਅਸਾਈਨਮੈਂਟ 'ਚ ਨੈਕਸਟ ਟਾਈਮ ਕਰਾਂਗੇ। ਬੱਚਿਓ ਦੇਖੋ, ਪਹਿਲਾਂ ਇਹਦੇ ਕੁਝ ਇੰਪੋਰਟੈਂਟ ਸ਼ਬਦ ਅਰਥ ਨੇ, ਆਪਾਂ ਇਹਨਾਂ ਨੂੰ ਵੀ ਇੱਕ ਵਾਰ ਚੰਗੀ ਤਰ੍ਹਾਂ ਰੀਡ ਕਰ ਲੈਂਦੇ ਹਾਂ। ਦਰਸ਼ਕ, ਨਾਟਕ ਵੇਖਣ ਵਾਲੇ ਲੋਕ। ਬੋਝ, ਭਾਰ। ਪਾਣੀਪਤ ਹਰਿਆਣਾ ਪ੍ਰਾਂਤ ਦਾ ਇੱਕ ਸ਼ਹਿਰ ਜਿੱਥੇ 3 ਇਤਿਹਾਸਿਕ ਲੜਾਈਆਂ ਹੋਈਆਂ ਸਨ। ਠੀਕ ਆ, ਪਾਣੀਪਤ ਦੀਆਂ 3 ਲੜਾਈਆਂ ਹੋਈਆਂ ਸੀ ਨਾ। ਹਾਂਜੀ। ਬਸਤਾਵਾਦੀ, ਭਾਰੀ ਬਸਤਿਆਂ ਦੇ ਹੱਕ ਦੀ ਨੀਤੀ। ਸਟਰਗਲ, ਸੰਘਰਸ਼। ਡਿਮਾਂਡ, ਮੰਗ। ਹੋਮਵਰਕ, ਘਰ ਦਾ ਕੰਮ। ਕਿਸ਼ਤ, ਲੜੀ। ਇਜਾਜ਼ਤ, ਮਨਜ਼ੂਰੀ। ਕੰਪੀਟੀਸ਼ਨ, ਮੁਕਾਬਲਾ। ਦੰਗਾ ਫਸਾਦ, ਲੜਾਈ ਝਗੜਾ। ਅਪਰਾਧੀ, ਜਿਸ ਨੇ ਅਪਰਾਧ ਜਾਂ ਗੈਰ ਕਾਨੂੰਨੀ ਕੰਮ ਕੀਤਾ ਹੋਵੇ। ਚਲੋ ਆਪਾਂ ਰੀਡ ਕਰਦੇ ਹਾਂ ਹੁਣ ਇਹ ਸਟੋਰੀ। ਭੂਮਿਕਾ ਮਤਲਬ ਕਿ ਜਾਣ ਪਛਾਣ। ਨਿੱਕੀ ਬਹੁਤ ਪਰੇਸ਼ਾਨ ਤੇ ਤੱਕੀ ਹੋਈ ਹੋਮਵਰਕ ਕਰ ਰਹੀ ਸੀ। ਠੀਕ ਹੈ, ਨਿੱਕੀ ਇੱਕ ਛੋਟੀ ਲੜਕੀ ਦਾ ਨਾਮ ਹੈ। ਇੱਕ ਕਾਪੀ ਦਾ ਕੰਮ ਨਿਬੇੜ ਕੇ ਥੋੜਾ ਸੁਸਤਾਉਣ ਲੱਗੀ, ਭਾਵ ਉਹਨੂੰ ਸੁਸਤੀ ਪੈ ਗਈ, ਉਹਨੂੰ ਨੀਂਦ ਆ ਰਹੀ ਸੀ। ਪਰ ਅਚਾਨਕ ਨਜ਼ਰ ਵਾਲ ਕਲੌਕ ਤੇ ਜਾਂਦੀ ਹੈ। ਠੀਕ ਹੈ, ਅਤੇ ਉਹ ਘਬਰਾਈ ਹੋਈ ਫਿਰ ਕੰਮ ਤੇ ਲੱਗ ਜਾਂਦੀ ਹੈ। ਉਹਦੀ ਅਚਾਨਕ ਨਜ਼ਰ ਇੱਕ ਦੀਵਾਰ ਤੇ ਜੋ ਕਿ ਇੱਕ ਕਲੌਕ ਲੱਗਿਆ ਹੋਇਆ ਸੀ ਉਹਦੇ ਤੇ ਉਹ ਟਾਈਮ ਦੇਖਦੀ ਆ ਅਤੇ ਦੇਖ ਕੇ ਕੀ ਕਰਦੀ ਆ, ਉਹ ਘਬਰਾ ਜਾਂਦੀ ਆ ਤੇ ਫਿਰ ਆਪਣਾ ਕੰਮ ਕਰਨ ਲੱਗ ਜਾਂਦੀ ਆ। ਮੰਮੀ ਕਹਿੰਦੀ ਹੈ ਕਿ ਜੇਕਰ ਉਸਨੇ ਹੋਮਵਰਕ ਕਰ ਲਿਆ ਹੈ ਤਾਂ ਟਿਊਸ਼ਨ ਤੇ ਜਾਣ ਦੀ ਤਿਆਰੀ ਕਰੇ। ਪਾਪਾ ਉਸ ਨੂੰ ਸਮਝਾਉਂਦੇ ਹਨ ਕਿ ਉਹ ਆਪਣੀ ਇੰਗਲਿਸ਼ ਦੀ ਟਿਊਸ਼ਨ ਵੀ ਰੱਖ ਲਏ। ਉਹ ਸ਼ਰਮਾ ਦੀ ਜੀ ਦੇ ਘਰ ਜਾ ਰਹੇ ਹਨ। ਇੰਨਾ ਚਿਰ ਨਿੱਕੀ ਪੜ੍ਹਦੀ ਰਹੇ, ਟੀਵੀ ਨਾ ਵੇਖੇ। ਉਹਨਾਂ ਦੇ ਚਲੇ ਜਾਣ ਤੋਂ ਬਾਅਦ ਨਿੱਕੀ ਉਹਨਾਂ ਦੀ ਨਕਲ ਕਰਦੀ ਹੈ ਅਤੇ ਦਰਸ਼ਕਾਂ ਨੂੰ ਦੱਸਦੀ ਹੈ ਕਿ ਖੁਦ ਤਾਂ ਮੰਮੀ ਪਾਪਾ ਸੈਰਾਂ ਕਰਨ ਲਈ ਚਲੇ ਗਏ ਪਰ ਉਹਨੂੰ ਪੜ੍ਹਨ ਲਈ ਕਹਿ ਗਏ। ਇੱਕ ਛੋਟੀ ਬੱਚੀ ਨਿੱਕੀ ਜੋ ਬਹੁਤ ਪਰੇਸ਼ਾਨ ਆ, ਪਹਿਲਾਂ ਘਰ ਵੀ ਪੜ੍ਹਦੀ ਆ, ਉਹਨੂੰ ਉਹਦੇ ਫਾਦਰ ਮਦਰ ਕਹਿੰਦੇ ਰਹਿੰਦੇ ਆ ਵੀ ਤੂੰ ਪੜ੍ਹ ਲੈ, ਟੀਵੀ ਨਾ ਦੇਖ। ਫਿਰ ਉਹਨੂੰ ਟਿਊਸ਼ਨ ਵੀ ਭੇਜਦੇ ਨੇ। ਠੀਕ ਆ, ਜਦੋਂ ਉਹਦੇ ਮੰਮੀ ਪਾਪਾ ਜਾਂਦੇ ਨੇ ਤਾਂ ਉਹ ਬਾਅਦ ਵਿੱਚ ਕੀ ਕਰਦੀ ਆ, ਨਕਲ ਕਰਦੀ ਆ ਉਹਨਾਂ ਦੀ। ਵਿੱਕੀ ਦਾ ਟਿਊਸ਼ਨ ਪੜ੍ਹ ਕੇ ਆਉਣਾ। ਮੰਮੀ ਪਾਪਾ ਦੇ ਚਲੇ ਜਾਣ ਤੋਂ ਬਾਅਦ ਵਿੱਕੀ ਟਿਊਸ਼ਨ ਪੜ੍ਹ ਕੇ ਆਉਂਦਾ ਹੈ। ਵਿੱਕੀ ਦਾ ਟਿਊਸ਼ਨ ਪੜ੍ਹ ਕੇ ਆਉਣਾ। ਮੰਮੀ ਪਾਪਾ ਦੇ ਚਲੇ ਜਾਣ ਤੋਂ ਬਾਅਦ ਵਿੱਕੀ ਟਿਊਸ਼ਨ ਪੜ੍ਹ ਕੇ ਆਉਂਦਾ ਹੈ। ਉਹਦੀ ਸ਼ਕਲ ਇੰਜ ਬਣੀ ਹੋਈ ਹੈ ਜਿਵੇਂ ਉਹ ਪਾਣੀਪਤ ਦੀ ਲੜਾਈ ਲੜ ਕੇ ਆਇਆ ਹੋਵੇ। ਉਸੇ ਪਿੱਠ ਉੱਤੇ ਭਾਰਾ ਬਸਤਾ ਹੈ। ਬਸਤਾ ਲਾਉਣ ਲਈ ਉਸਨੂੰ ਨਿੱਕੀ ਦੀ ਮਦਦ ਲੈਣੀ ਪੈਂਦੀ ਹੈ। ਨਿੱਕੀ ਉਸ ਨੂੰ ਦੱਸਦੀ ਹੈ ਕਿ ਉਸਦੇ ਮੰਮੀ ਪਾਪਾ ਸ਼ਰਮਾ ਜੀ ਦੇ ਘਰ ਗਏ ਹਨ। ਜਦੋਂ ਤੱਕ ਉਹ ਵਾਪਸ ਨਹੀਂ ਆਉਂਦੇ ਪੜ੍ਹਨਾ ਹੈ, ਹੋਮਵਰਕ ਕਰਨਾ ਹੈ। ਠੀਕ ਹੈ, ਸ਼ਾਇਦ ਉਹਦਾ ਹੀ ਛੋਟਾ ਬ੍ਰਦਰ ਹੋਏਗਾ ਜੋ ਟਿਊਸ਼ਨ ਤੇ ਗਿਆ ਸੀ। ਠੀਕ ਹੈ, ਉਹ ਜਦ ਪੜ੍ਹ ਕੇ ਆਇਆ, ਕਹਿੰਦੇ ਉਹਦਾ ਫੇਸ ਐਦਾਂ ਸੀ ਜਿਵੇਂ ਉਹ ਪਾਣੀਪਤ ਦੀ ਲੜਾਈ ਲੜ ਕੇ ਆਇਆ ਹੋਵੇ, ਭਾਵ ਉਹ ਬਹੁਤ ਜ਼ਿਆਦਾ ਥੱਕਿਆ ਹੋਇਆ ਸੀ ਤੇ ਉਹ ਬਸਤਾ ਲਾਉਣ ਵਿੱਚ ਉਹਦੀ ਹੈਲਪ ਕਰਦੀ ਹੈ। ਨਿੱਕੀ ਅਤੇ ਵਿੱਕੀ ਦਾ ਗੱਲਾਂ ਕਰਨਾ। ਨਿੱਕੀ ਅਤੇ ਵਿੱਕੀ ਆਪਣੀਆਂ ਸਮੱਸਿਆਵਾਂ ਇੱਕ ਦੂਜੇ ਨਾਲ ਸਾਂਝੀ ਕਰਦੇ ਹਨ ਕਿ ਉਹਨਾਂ ਨੂੰ ਸਵੇਰ ਤੋਂ ਸ਼ਾਮ ਤੱਕ ਪੜ੍ਹਨਾ ਪੈਂਦਾ ਹੈ, ਖੇਡਣ ਅਤੇ ਟੀਵੀ ਦੇਖਣ ਦਾ ਸਮਾਂ ਨਹੀਂ ਮਿਲਦਾ। ਵਿੱਕੀ ਕਹਿੰਦਾ ਹੈ ਕਿ ਉਹਨਾਂ ਨਾਲੋਂ ਤਾਂ ਖੋਤੇ ਹੀ ਚੰਗੇ ਹੁੰਦੇ ਹਨ ਜਿਹੜੇ ਸਿਰਫ ਭਾਰ ਹੀ ਢੋਂਦੇ ਹਨ। ਉਹਨਾਂ ਨੂੰ ਤਾਂ ਭਾਰ ਵੀ ਢੋਣਾ ਪੈਂਦਾ ਹੈ, ਪੜ੍ਹਨਾ ਵੀ ਪੈਂਦਾ ਹੈ। ਗੱਲਾਂ ਕਰਦੇ ਕਰਦੇ ਦੋਵੇਂ ਪੜ੍ਹਨ ਬੈਠ ਜਾਂਦੇ ਹਨ। ਠੀਕ ਹੈ, ਉਹ ਆਪਸ ਦੇ ਵਿੱਚ ਆਪਣੀਆਂ ਸਮੱਸਿਆਵਾਂ ਸ਼ੇਅਰ ਕਰਦੇ ਨੇ ਇੱਕ ਦੂਸਰੇ ਨਾਲ ਵੀ ਸਾਨੂੰ ਕਿੰਨਾ ਪੜ੍ਹਨਾ ਪੈਂਦਾ, ਸਾਡੇ ਨਾਲੋਂ ਤਾਂ ਖੋਤੇ ਚੰਗੇ ਹੁੰਦੇ ਹਨ। ਜੇਡੀ ਦਾ ਪ੍ਰਵੇਸ਼। ਜਿਹੜੀ ਪ੍ਰਵੇਸ਼ ਕਰਦਾ ਹੈ ਉਹਦੇ ਹੱਥ ਵਿੱਚ ਬੈਟ ਹੈ। ਉਹ ਹੈਰਾਨੀ ਨਾਲ ਵਿੱਕੀ ਅਤੇ ਨਿੱਕੀ ਨੂੰ ਪੜ੍ਹਦੇ ਵੇਖਦਾ ਹੈ। ਦਰਸ਼ਕਾਂ ਨੂੰ ਮੁਖਾਤਬ ਹੋ ਕੇ ਕਹਿੰਦਾ ਹੈ ਕਿ ਇੰਝ ਲੱਗਦਾ ਹੈ ਜਿਵੇਂ ਚਾਬੀ ਭਰ ਕੇ ਛੱਡੇ ਹਨ। ਨਾਲ ਹੀ ਉਹਨਾਂ ਨੂੰ ਕਹਿੰਦਾ ਹੈ ਕਿ ਅੱਛੇ ਬੱਚੇ ਪੜ੍ਹਦੇ ਹੀ ਚੰਗੇ ਲੱਗਦੇ ਹਨ। ਉਹ ਤਾਂ ਉਹਨਾਂ ਨਾਲ ਖੇਡਣ ਆਇਆ ਸੀ ਪਰ ਅੱਗੇ ਤਾਂ ਪੜ੍ਹਾਈ ਹੋ ਰਹੀ ਹੈ। ਉਹ ਵਾਪਸ ਮੁੜਨ ਲੱਗਦਾ ਹੈ ਤਾਂ ਨਿੱਕੀ ਤੇ ਵਿੱਕੀ ਉਸ ਨੂੰ ਫੜ ਲੈਂਦੇ ਹਨ। ਉਹ ਦੋਵੇਂ ਉਹਨਾਂ ਨਾਲ ਖੇਡਣਾ ਚਾਹੁੰਦੇ ਹਨ। ਉਹ ਜੇਡੀ ਨੂੰ ਦੱਸਦੇ ਹਨ ਕਿ ਉਹ ਟੌਪ ਕਰਨ ਲਈ ਨਹੀਂ ਪੜ੍ਹਦੇ, ਸਗੋਂ ਮੰਮੀ ਪਾਪਾ ਦੇ ਥੱਪੜਾਂ ਤੋਂ ਡਰਦੇ ਪੜ੍ਹਦੇ ਹਨ ਕਿਉਂਕਿ ਮੰਮੀ ਪਾਪਾ ਉਹਨਾਂ ਨੂੰ ਡਾਕਟਰ ਜਾਂ ਇੰਜੀਨੀਅਰ ਬਣਾਉਣਾ ਚਾਹੁੰਦੇ ਹਨ। ਪਰ ਜੇਡੀ ਦੇ ਮੰਮੀ ਪਾਪਾ ਉਸ ਨੂੰ ਪੜ੍ਹਨ ਲਈ ਮਜਬੂਰ ਨਹੀਂ ਕਰਦੇ।
ਆਪਣੇ ਪਾਪਾ ਨੂੰ ਮੈਥ ਵਾਲੇ ਅਧਿਆਪਕ ਨਾਲ ਹੋਈ ਗੱਲਬਾਤ ਦਾ ਹਵਾਲਾ ਦੇ ਕੇ ਜ਼ੇਡੀ ਉਹਨਾਂ ਨੂੰ ਆਪਣੀ ਗੱਲਬਾਤ ਸਮਝਾਉਂਦਾ ਹੈ। ਠੀਕ ਹੈ, ਫਿਰ ਉਹ ਆਪਸ ਦੇ ਵਿੱਚ ਉਹ ਜ਼ੇਡੀ ਜੋ ਆਇਆ ਬੈਟ ਲੈ ਕੇ ਉਹਨਾਂ ਦੇ ਨਾਲ ਦੋਨਾਂ ਦੇ ਨਾਲ ਖੇਲਣ, ਉਹਨਾਂ ਨੂੰ ਦੱਸਦਾ ਕਿ ਮੈਂ ਤਾਂ ਤੁਹਾਡੇ ਨਾਲ ਖੇਲਣ ਆਇਆ ਸੀ, ਤੁਸੀਂ ਤਾਂ ਪੜ੍ਹ ਰਹੇ ਹੋ, ਤੁਸੀਂ ਪੜ੍ਹਦੇ ਚੰਗੇ ਲੱਗਦੇ ਹੋ। ਫਿਰ ਉਹ ਦੋਨੋਂ ਬੱਚੇ ਦੱਸਦੇ ਹਨ, ਨਿੱਕੀ ਤੇ ਵਿੱਕੀ, ਵੀ ਜਿਹੜੇ ਸਾਡੇ ਪੇਰੈਂਟਸ ਨੇ ਸਾਨੂੰ ਚਾਹੁੰਦੇ ਨੇ ਕਿ ਤੁਸੀਂ ਪੜ੍ਹੋ। ਠੀਕ ਹੈ, ਤੇ ਕਿਉਂਕਿ ਉਹਨਾਂ ਨੂੰ ਕੀ ਇੰਜੀਨੀਅਰ ਤੇ ਡਾਕਟਰ ਬਣਾਉਣਾ ਚਾਹੁੰਦੇ ਹਨ। ਕਹਿੰਦੇ ਉਹ ਅਸੀਂ ਟੌਪ ਆਉਣ ਲਈ ਨਹੀਂ ਪੜ੍ਹਦੇ, ਅਸੀਂ ਤਾਂ ਡਰਦੇ ਪੜ੍ਹਦੇ ਹਾਂ ਕਿਉਂਕਿ ਸਾਨੂੰ ਸਾਡੇ ਮਾਂ-ਬਾਪ ਦੀ ਜੋ ਮਾਰ ਹੈ ਉਹਨਾਂ ਤੋਂ ਕੀ ਲੱਗਦਾ ਹੈ, ਡਰ ਲੱਗਦਾ ਹੈ। ਮੁਹੱਲੇ ਦੇ ਬੱਚਿਆਂ ਦੀ ਮੀਟਿੰਗ ਕਰਨਾ, ਪੜ੍ਹਾਈ ਦੇ ਬੋਝ ਤੋਂ ਛੁਟਕਾਰਾ ਪਾਉਣ ਲਈ ਜ਼ੇਡੀ ਨਿੱਕੀ ਅਤੇ ਵਿੱਕੀ ਨੂੰ ਮੁਹੱਲੇ ਦੇ ਬੱਚੇ ਇਕੱਠੇ ਕਰਕੇ ਮੀਟਿੰਗ ਕਰਨ ਲਈ ਕਹਿੰਦਾ ਹੈ। ਇਸ ਦੌਰਾਨ ਕਈ ਦਿਸ਼ਾਵਾਂ ਤੋਂ ਨਿੱਕੇ ਅਤੇ ਵੱਡੇ ਬੱਚੇ ਹੱਥਾਂ ਵਿੱਚੋਂ ਮਾਟੋ ਫੜ ਕੇ ਜਿਨ੍ਹਾਂ ਨੇ ਵਸਤਾਵਾਦ ਹਾਏ ਹਾਏ ਖੇਡਣ ਦੇ ਲਈ ਟਾਈਮ ਦਿਓ ਨਾਰੇ ਵਰਗੇ ਨਾਰੇ ਲਿਖੇ ਹੋਏ ਹਨ, ਹੱਕੀ ਪਰੇਡ ਦੇ ਰੂਪ ਵਿੱਚ ਉਹ ਪ੍ਰਵੇਸ਼ ਕਰਦੇ ਹਨ। ਜ਼ੇਡੀ ਅਤੇ ਵਿੱਕੀ ਹੱਥ ਵਿੱਚ ਖਿਡੌਣਾ ਹਥਿਆਰ ਫੜ ਕੇ ਨਿੱਕੀ ਅਤੇ ਬਾਡੀਗਾਰਡਰ ਬਣ ਜਾਂਦੇ ਹਨ। ਉਹ ਕਾਨਫਰੰਸ ਵੀ ਕਰਦੇ ਹਨ। ਜ਼ੇਡੀ ਭਾਰੀ ਬਸਤਿਆਂ ਕਾਰਨ ਬੱਚਿਆਂ ਦੀ ਜ਼ਿੰਦਗੀ ਵਿੱਚ ਆ ਰਹੀਆਂ ਸਮੱਸਿਆਵਾਂ ਬਾਰੇ ਬੋਲਦਾ ਹੈ। ਠੀਕ ਹੈ, ਫਿਰ ਉਹ ਮੁਹੱਲੇ ਵਿੱਚ ਮੀਟਿੰਗ ਕਰਦੇ ਸਾਰੇ ਬੱਚੇ ਇਕੱਠੇ ਹੋ ਕੇ। ਠੀਕ ਹੈ, ਇੱਕ ਬੜੇ ਉਹ ਨਾਰੇ ਲਗਾਉਣ ਵਾਲੇ ਪੋਸਟਰ ਵੀ ਬਣਾਉਂਦੇ ਨੇ। ਠੀਕ ਆ, ਇੱਕ ਹਾਕੀ ਪਰੇਡ ਵੀ ਕਰਦੇ ਆ। ਠੀਕ ਆ, ਤੇ ਮੋਟੋ ਵੀ ਰੈਡੀ ਕਰਦੇ ਆ। ਠੀਕ ਆ, ਜਿਨ੍ਹਾਂ ਦੇ ਵਿੱਚ ਹਾਏ ਹਾਏ ਮਤਲਬ ਕਿ ਬੱਚਿਆਂ ਦੀ ਪੜ੍ਹਾਈ ਜ਼ਿਆਦਾ ਕਰਨ ਤੇ ਜ਼ੋਰ ਅਤੇ ਖੇਡਣ ਲਈ ਘੱਟ ਟਾਈਮ ਮਿਲਣ ਦੇ ਵਿਰੋਧੋਂ ਕੀ ਕਰਦੇ ਨੇ, ਕੰਪਲੇਂਟ ਕਰਦੇ ਹਨ। ਉਹ ਆਪਣੀਆਂ ਸਮੱਸਿਆਵਾਂ ਦਾ ਹੱਲ ਅਲੱਗ-ਅਲੱਗ ਉਦਾਹਰਨਾਂ ਰਾਹੀਂ ਕਰਦੇ ਹਨ। ਕੋਈ ਕਹਿੰਦਾ ਹੈ ਕਿ ਅਧਿਆਪਕਾਂ ਨੂੰ ਕੰਮ ਘੱਟ ਹੋਮਵਰਕ ਦੇਣ ਲਈ ਕਹਿਣਾ ਚਾਹੀਦਾ ਹੈ। ਕੋਈ ਮੰਮੀ ਦੇ ਗੱਲ ਘੰਟੀ ਬੰਨਣ ਦੀ ਸਲਾਹ ਦਿੰਦਾ ਹੈ। ਕੋਈ ਮੰਮੀ ਦੇ ਗੱਲ ਠੀਕ ਆ ਘੱਟੀ ਬੰਨਣ ਦੀ ਸਲਾਹ ਦਿੰਦਾ ਹੈ। ਅੰਤ ਵਿੱਚ ਸਾਰੇ ਬੱਚੇ ਆਪੋ ਆਪਣੇ ਘਰ ਚਲੇ ਜਾਂਦੇ ਹਨ। ਨਿੱਕੀ ਅਤੇ ਵਿੱਕੀ ਹੀ ਉਦਾਸ ਜਿਹੇ ਆਪਣੇ ਕਮਰੇ ਵਿੱਚ ਬੈਠੇ ਰਹਿੰਦੇ ਹਨ। ਠੀਕ ਹੈ, ਉਹ ਆਪਣੀਆਂ ਸਮੱਸਿਆ ਨੂੰ ਸਮਝਾਉਣ ਲਈ ਕੀ ਕਰਦੇ ਨੇ, ਕਈ ਉਦਾਹਰਨਾਂ ਦਿੰਦੇ ਨੇ, ਬਹੁਤ ਸਾਰੇ ਹਿੱਲੇ ਕਰਦੇ ਹਨ। ਅਧਿਆਪਕਾਂ ਨੂੰ ਕਹਿੰਦੇ ਹਨ ਵੀ ਘੱਟ ਹੋਮਵਰਕ ਦੇਣਾ ਚਾਹੀਦਾ ਹੈ। ਠੀਕ ਆ, ਜਿਵੇਂ ਮਾਂ-ਬਾਪ ਨੂੰ ਵੀ ਆਪਣੇ ਬੱਚਿਆਂ ਨੂੰ ਖੇਡਣ ਲਈ ਟਾਈਮ ਦੇਣਾ ਚਾਹੀਦਾ। ਠੀਕ ਆ, ਜਾਂ ਟੀਵੀ ਦੇਖਣ ਲਈ ਥੋੜ੍ਹਾ ਟਾਈਮ ਦੇਣਾ ਚਾਹੀਦਾ। ਹਮੇਸ਼ਾ ਸਟੱਡੀ ਟਿਊਸ਼ਨ ਨਹੀਂ ਕਰਦੇ ਰਹਿਣਾ ਚਾਹੀਦਾ। ਠੀਕ ਆ, ਨਿੱਕੀ ਦਾ ਨੀਲ ਪਰੀ ਦੀ ਕਹਾਣੀ ਸੁਣਾਉਣਾ, ਨਿੱਕੀ ਵਿੱਕੀ ਨੂੰ ਨੀਲ ਪਰੀ ਦੀ ਕਹਾਣੀ ਸੁਣਾਉਂਦੀ ਹੈ। ਠੀਕ ਹੈ, ਨਿੱਕੀ ਵਿੱਕੀ ਨੂੰ ਆਪਣੇ ਬ੍ਰਦਰ ਨੂੰ ਕੀ ਕਰਦੀ ਹੈ, ਨੀਲ ਪਰੀ ਦੀ ਕਹਾਣੀ ਸੁਣਾਉਂਦੀ ਹੈ ਜਿਹੜੀ ਉਸ ਦੀ ਕਲਾਸ ਦੇ ਸਿਲੇਬਸ ਵਿੱਚ ਲੱਗੀ ਹੋਈ ਹੈ। ਵਿੱਕੀ ਉਸ ਦੀ ਗੱਲ ਵੱਲ ਧਿਆਨ ਨਹੀਂ ਦਿੰਦਾ, ਉਸਨੇ ਹੋਮਵਰਕ ਪੂਰਾ ਕਰਨਾ ਹੈ। ਨਿੱਕੀ ਕਿਤਾਬਾਂ ਪੜ੍ਹਦੀ ਸੁਪਨਿਆਂ ਵਿੱਚ ਗਵਾਚ ਜਾਂਦੀ ਹੈ। ਉਹ ਉੱਠ ਕੇ ਝੂਮਣਾ ਸ਼ੁਰੂ ਕਰ ਦਿੰਦੀ ਹੈ, ਨਾਲ ਹੀ ਗਾਉਂਦੀ ਹੈ। ਉਹ ਨੀਲ ਪਰੀ ਦੀ ਡਰੈਸ ਪਾਉਂਦੀ ਹੈ। ਠੀਕ ਹੈ, ਆਪਣੇ ਭਰਾ ਨੂੰ ਕਹਾਣੀ ਸੁਣਾਉਣਾ ਚਾਹੁੰਦੀ ਆ, ਪਰ ਉਹ ਆਪਣਾ ਹੋਮਵਰਕ ਕਰਨ ਲੱਗਿਆ ਹੋਇਆ ਤੇ ਉਹ ਆਪਸ ਵਿੱਚ ਗੱਲਾਂ ਕਰਦੀ ਕੀ ਆਪਣੀ ਹੀ ਸੁਪਨਿਆਂ ਵਿੱਚ ਗਵਾਚ ਜਾਂਦੀ ਹੈ। ਕਈ ਪਾਸਿਆਂ ਤੋਂ ਨਿੱਕੇ ਬੱਚੇ ਪਰੀਆਂ ਤੇ ਸੈਨਿਕਾਂ ਦੇ ਰੂਪ ਵਿੱਚ ਨੀਲ ਪਰੀ ਦੀ ਜੈ ਜੈਕਾਰ ਕਰਦੇ ਹਨ। ਠੀਕ ਆ, ਉਹ ਆਪਣੇ ਆਪ ਦਾ ਸੁਪਨਾ ਦੇਖਦੀ ਆ ਕਿ ਉਹ ਇੱਕ ਪਰੀ ਆ ਅਤੇ ਨਿੱਕੇ ਸੈਨਿਕ ਨੇ ਜਿਹੜੇ ਕੀ ਆ ਪਰੀ ਦੇ ਆਲੇ ਦੁਆਲੇ ਕੀ ਕਰ ਰਹੇ ਹਨ, ਉਸ ਦੀ ਜੈ ਜੈਕਾਰ ਕਰ ਰਹੇ ਹਨ। ਅਤੇ ਡੀਜੇ ਅਤੇ ਜ਼ੇਡੀ ਵੀ ਬਣੇ ਜਾਦੂਗਰ ਦੀ ਭੂਮਿਕਾ ਵਿੱਚ ਹੈ। ਨਿੱਕੀ ਨੀਲ ਪਰੀ ਦੇ ਰੂਪ ਵਿੱਚ ਆ ਕੇ ਸਿੰਘਾਸਨ ਤੇ ਸੁਸ਼ੋਭਿਤ ਹੁੰਦੀ ਹੈ, ਭਾਵ ਵਿਰਾਜਮਾਨ ਹੁੰਦੀ ਹੈ। ਇਹ ਨੀਲ ਪਰੀ ਦੇ ਦਰਬਾਰ ਦਾ ਇੱਕ ਦ੍ਰਿਸ਼ ਬਣ ਗਿਆ ਹੈ। ਉਹ ਬੋਣੇ ਜਾਦੂਗਰ ਤੋਂ ਆਪਣੇ ਰਾਜ ਬਾਰੇ ਪੁੱਛਦੀ ਹੈ। ਜਾਦੂਗਰ ਦੱਸਦਾ ਹੈ ਕਿ ਉਸਨੇ ਬੱਚਿਆਂ ਨੂੰ ਪਰੇਸ਼ਾਨ ਕਰਨ ਵਾਲੇ ਰਾਕਸ਼ ਨੂੰ ਮੱਖੀ ਬਣਾ ਕੇ ਇੱਕ ਘਟੀਆ ਜਿਹੀ ਕੰਪਨੀ ਦੀ ਟੌਫੀ ਤੇ ਚਿਪਕਾ ਦਿੱਤਾ ਹੈ। ਉਹ ਸਾਰੀ ਉਮਰ ਚਿਪਕਿਆ ਹੋਇਆ ਟੰਗ ਹਿਲਾਉਂਦਾ ਰਹੇਗਾ। ਠੀਕ ਆ, ਇਹ ਮਤਲਬ ਕਿ ਸਟੋਰੀ ਹੈ, ਦੱਸਦੀ ਆ ਵੀ ਉਹ ਆਪਣੇ ਰਾਜ ਜਿਹੜਾ ਹੈਗਾ ਇੱਕ ਨਿੱਕੀ ਨੀਲ ਪਰੀ ਆ। ਠੀਕ ਆ, ਉਹ ਆਪਣੇ ਸਿੰਘਾਸਨ ਤੇ ਬੈਠੀ ਆ। ਨੀਲ ਪਰੀ ਕੀ ਆ, ਦਰਬਾਰ ਦਾ ਇੱਕ ਦ੍ਰਿਸ਼ ਬਣ ਗਈ ਆ। ਠੀਕ ਆ, ਫਿਰ ਉਹ ਬੋਣਾ ਜਿਹੜਾ ਛੋਟੇ ਕੱਦ ਦਾ ਜਾਦੂਗਰ ਆ ਉਹਨੂੰ ਆਪਣੇ ਰਾਜ ਬਾਰੇ ਪੁੱਛਦੀ ਆ। ਜਾਦੂਗਰ ਦੱਸਦਾ ਕਿ ਜਿਹੜਾ ਬੱਚਿਆਂ ਨੂੰ ਪਰੇਸ਼ਾਨ ਕਰਦਾ ਇੱਕ ਰਾਖਸ਼ ਆ, ਉਹਨੇ ਕੀ ਕੀਤਾ, ਉਹਨੂੰ ਮੱਖੀ ਬਣਾ ਕੇ ਇੱਕ ਘਟੀਆ ਕੰਪਨੀ ਦੀ ਜਿਹੜੀ ਟੌਫੀ ਆ ਉਹਦੇ ਵਿੱਚ ਪਾ ਦਿੱਤਾ ਤੇ ਹੁਣ ਉਹ ਕੀ ਕਰਦੀ ਆ, ਹਮੇਸ਼ਾ ਚਿਪਕੀ ਉਹਨੂੰ ਰਹੇਗੀ। ਇੱਕ ਸੈਨਿਕ ਨੀਲ ਪਰੀ ਨੂੰ ਦੱਸਦਾ ਹੈ ਕਿ ਗਵਾਂਢੀ ਦੇਸ਼ ਦੇ ਕੁਝ ਬੱਚੇ ਆਪਣੀ ਫਰਿਆਦ ਲੈ ਕੇ ਆਏ ਹਨ। ਜਦੋਂ ਨੀਲ ਪਰੀ ਬੱਚਿਆਂ ਤੋਂ ਉਹਨਾਂ ਦੀ ਸਮੱਸਿਆ ਬਾਰੇ ਪੁੱਛਦੀ ਹੈ ਤਾਂ ਬੱਚੇ ਜਵਾਬ ਦਿੰਦੇ ਹਨ ਕਿ ਉਹ ਤਾਂ ਬਸਤੇ ਤੋਂ ਪਰੇਸ਼ਾਨ ਹਨ। ਬੱਚੇ ਨੀਲ ਪਰੀ ਨੂੰ ਦੱਸਦੇ ਹਨ ਕਿ ਉਹਨਾਂ ਨੂੰ ਸਕੂਲ ਤੋਂ ਬਾਅਦ ਘਰ ਆ ਕੇ ਵੀ ਪੜ੍ਹਨਾ ਪੈਂਦਾ ਹੈ। ਜੇਕਰ ਕੋਈ ਬੱਚਾ ਹੋਮਵਰਕ ਪੂਰਾ ਨਹੀਂ ਕਰਦਾ ਤਾਂ ਉਹਨਾਂ ਨੂੰ ਕੀ ਸਜ਼ਾ ਦਿੱਤੀ ਜਾਂਦੀ ਹੈ। ਠੀਕ ਆ, ਫਿਰ ਕਹਿੰਦੇ ਨੇ ਇੱਕ ਸੈਨਿਕ ਨੀਲ ਪਰੀ ਨੂੰ ਦੱਸਦਾ ਹੈ, ਠੀਕ ਆ, ਕਿ ਗੁਆਂਢੀ ਦੇਸ਼ ਦੇ ਜਿਹੜੇ ਕੁਝ ਬੱਚੇ ਨੇ ਤੁਹਾਡੇ ਕੋਲ ਆਪਣੀ ਫਰਿਆਦ ਲੈ ਕੇ ਆਏ ਨੇ। ਉਹ ਕਹਿ ਰਹੇ ਨੇ ਕਿ ਉਹਨਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹਨ
ਉਹ ਆਪਣੇ ਭਾਰੀ ਬਸਤਿਆਂ ਤੋਂ ਪਰੇਸ਼ਾਨ ਹਨ। ਕਹਿੰਦੇ ਸਕੂਲ ਤੋਂ ਘਰ ਆ ਕੇ ਵੀ ਉਹਨਾਂ ਨੂੰ ਪੜ੍ਹਨਾ ਪੈਂਦਾ ਹੈ, ਕਹਿੰਦੇ ਆਪਣਾ ਹੋਮਵਰਕ ਵੀ ਕਰਨਾ ਪੈਂਦਾ ਹੈ, ਜੇ ਕੋਈ ਹੋਮਵਰਕ ਨਹੀਂ ਕਰਦਾ ਤਾਂ ਕੀ ਹੈ ਉਹਨਾਂ ਨੂੰ ਭਾਰੀ ਸਜ਼ਾ ਮਿਲਦੀ ਹੈ। ਨੀਲਪਰੀ ਦਰਬਾਰ ਵਿੱਚ ਬੱਚਿਆਂ ਦੇ ਅਧਿਆਪਕਾਂ ਨੂੰ ਬੁਲਾਉਣ ਲਈ ਕਹਿੰਦੀ ਹੈ। ਫਿਰ ਨੀਲਪਰੀ ਕੀ ਕਹਿੰਦੀ ਆ ਕਿ ਜਿਹੜੇ ਬੱਚਿਆਂ ਦੇ ਅਧਿਆਪਕ ਨੇ ਉਹਨਾਂ ਨੂੰ ਕੀ ਕਰੂ, ਦਰਬਾਰ ਵਿੱਚ ਮੇਰੇ ਸਾਹਮਣੇ ਬੁਲਾਓ। ਅਧਿਆਪਕ ਜਵਾਬ ਦਿੰਦੇ ਹਨ ਕਿ ਸਿਲੇਬਸ ਜ਼ਿਆਦਾ ਹੋਣ ਕਰਕੇ ਬੱਚਿਆਂ ਨੂੰ ਹੋਮਵਰਕ ਦਿੱਤਾ ਜਾਂਦਾ ਹੈ। ਫਿਰ ਅਧਿਆਪਕ ਦੱਸਦੇ ਨੇ ਵੀ ਕੀ ਰੀਜ਼ਨ ਆ ਵੀ ਉਹਨਾਂ ਨੂੰ ਘਰ ਹੋਮਵਰਕ ਦਿੱਤਾ ਜਾਂਦਾ ਹੈ, ਕਿਉਂਕਿ ਬੱਚਿਆਂ ਦਾ ਕਹਿੰਦੇ ਸਿਲੇਬਸ ਜਿਹੜਾ ਹੈਗਾ ਬਹੁਤ ਜ਼ਿਆਦਾ, ਸਾਰਾ ਸਿਲੇਬਸ ਸਕੂਲ ਵਿੱਚ ਪੂਰਾ ਨਹੀਂ ਕੀਤਾ ਜਾ ਸਕਦਾ। ਬੋਣਾ ਜਾਦੂਗਰ ਨੀਲਪਰੀ ਨੂੰ ਸਮਝਾਉਂਦਾ ਹੈ ਕਿ ਅਧਿਆਪਕ ਸਕੂਲਾਂ ਵਿੱਚ ਹੋਰ ਬਹੁਤ ਸਾਰੇ ਵੀ ਕੰਮ ਕਰਦੇ ਹਨ, ਹੜਤਾਲਾਂ ਕਰਦੇ ਹਨ ਅਤੇ ਮੀਟਿੰਗਾਂ ਵੀ ਕਰਦੇ ਹਨ। ਬੱਚੋ ਚਲੋ ਆਪਾਂ ਇੰਨੀ ਕੁ ਸਟੋਰੀ ਕਰਦੇ ਹਾਂ, ਠੀਕ ਆ। ਜੋ ਇਹਦੀ ਹਾਫ ਸਟੋਰੀ ਰਹਿ ਗਈ ਆ ਉਹ ਆਪਾਂ ਨੈਕਸਟ ਏਵੀ ਦੇ ਵਿੱਚ ਕਰਾਂਗੇ। ਤੁਸੀਂ ਇਹਨੂੰ ਇੱਕ ਵਾਰ ਦੁਬਾਰਾ ਤੋਂ ਚੰਗੀ ਤਰ੍ਹਾਂ ਰੀਡ ਕਰਨਾ, ਠੀਕ ਆ। ਤੇ ਤੁਹਾਨੂੰ ਮੈਂ ਇਸ ਇਕਾਂਗੀ ਦਾ ਅਸਾਈਨਮੈਂਟ ਵੀ ਦੇਵਾਂਗੀ, ਉਹਦੇ ਵਿੱਚ ਆਪਾਂ ਕੁਐਸਚਨ ਆਨਸਰ ਵੀ ਕਰਾਂਗੇ ਤੇ ਫਿਰ ਨੈਕਸਟ ਵੀਕ ਤੁਹਾਡਾ ਰਿਟਨ ਟੈਸਟ ਵੀ ਹੋਏਗਾ। ਥੈਂਕਸ, ਹੈਵ ਅ ਨਾਈਸ ਡੇ।